Sri Akal friends, welcome to Punjab classes. Once again, I am here in front of you. ਜਿੱਦਾਂ ਕਿ ਆਪਾਂ ਕੱਲ ਦੀ ਕਲਾਸ ਵਿੱਚ ਗੱਲ ਕੀਤੀ ਸੀ ਆਪਣੇ ਲੈਂਗੁਏਜ ਸਕਿੱਲਸ ਦੀ, ਜਿਹੜਾ ਕਿ ਆਪਣਾ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਇੰਗਲਿਸ਼ ਪੈਡਾਗੋਜੀ ਦਾ। ਅੱਜ ਮੈਂ ਤੁਹਾਡੇ ਆਪ ਸਾਹਮਣੇ ਇੱਕ ਨਵਾਂ ਟੌਪਿਕ ਜਿਹੜਾ ਆ ਇੰਗਲਿਸ਼ ਪੈਡਾਗੋਜੀ ਦਾ ਲੈ ਕੇ ਆਈ ਆ। ਆਪਣਾ ਅੱਜ ਦਾ ਟੌਪਿਕ ਹੈ ਪ੍ਰਿੰਸੀਪਲਸ ਆਫ ਟੀਚਿੰਗ ਇੰਗਲਿਸ਼ ਐਂਡ ਮੈਕਸਿਮਸ ਆਫ ਟੀਚਿੰਗ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਪ੍ਰਿੰਸੀਪਲਸ ਆਫ ਟੀਚਿੰਗ ਇੰਗਲਿਸ਼। कोई भी सब्जेक्ट आप पढ़ाना है, वो हर सब्जेक्ट दे कोई ना कोई रूल्स, कोई ना कोई रेगुलेशंस, किसी ना किसी प्रिंसिपल दे उत्ते बेस्ड हुंदा है। आपां जदों भी स्टूडेंट्स नूं सिखाना है तां आपां नूं सिखाण दे लई खुद नूं पहला तैयार होना पैंदा है, खुद नूं एक अपना माइंड सैट करना पैंदा है कि हर बंदा आपां कहिए टीचर बन जाएगा, ये पॉसिबल नहीं है। ठीक है, हर बंदा पढ़ाना शुरू कर दिंदा है, लेकिन एक सही टीचर वो हुंदा है जिहड़ा प्रॉपर अपने स्टूडेंट्स दे लेवल तक पहुंच के स्टूडेंट्स दी जिहड़ी प्रॉब्लम्स नूं दूर करे, स्टूडेंट्स नूं जिहड़ा समझा सके, पढ़ा सके। ते ओ टीचर बनन दे लई ओदे विच ओ क्वालिटीज होनियां जरूरी हुंदी है। उन्हां क्वालिटीज दे वास्ते ओनू उन्हां बारे जानना, ओदे प्रिंसिपल्स बारे, ओदे मैक्सिम्स बारे या ओदे होर जिहड़े रूल्स रेगुलेशंस है जो पहला की डिफाइन कीते गए हैं, उन्हां नू समझना बहुत जरूरी हुंदा है। ते आपां गल करदे हां अज प्रिंसिपल्स ऑफ टीचिंग इंग्लिश दी, जिहदे विच अपना सब तो पहला प्रिंसिपल हुंदा है प्रिंसिपल ऑफ मोटिवेशन। सब तो पहला अपना प्रिंसिपल आंदा है मोटिवेशन। सबनों पता है मोटिवेशन की हुंदी है। सब तो पहला मैं इहदे की क्या, इट इज अ प्री रिक्विजिट टू लर्निंग अ लैंग्वेज। प्री रिक्विजिट मींस की पहली शर्त, सीखण दी पहली शर्त यह है कि पहला बच्चा जिहड़ा है मोटिवेट होवे। जब तक बच्चा मोटिवेट नहीं होएगा वो किसी भी चीज नूं समझण लई तैयार नहीं होएगा, ओनू समझ इजीली जिहड़ा है ओनू समझ नहीं पाएगा, ओहदे विच ओहदा कोई इंटरस्ट पैदा नहीं होएगा। बच्चे नूं ਉਹਦੇ ਵਿੱਚ ਕਿਸੇ ਵੀ ਚੀਜ਼ ਵਿੱਚ ਇੰਟਰਸਟ ਪੈਦਾ ਕਰਨ ਦੇ ਲਈ ਉਹਨੂੰ ਪਹਿਲਾਂ ਮੋਟੀਵੇਟ ਕਰਨਾ ਬਹੁਤ ਜ਼ਰੂਰੀ ਹੈ। ਹਰ ਚੀਜ਼ ਹੈ, ਕੋਈ ਵੀ ਚੀਜ਼ ਹੈ, ਕਿਸੇ ਵੀ ਚੀਜ਼ ਨੂੰ ਤੁਸੀਂ ਲੈ ਲਓ, ਸਿਰਫ ਤੁਸੀਂ ਸਟੱਡੀ ਦੀ ਗੱਲ ਨਾ ਕਰੋ। ਜੇ ਤੁਸੀਂ ਆਪਾਂ ਕੋਈ ਸਪੋਰਟਸ ਦੀ ਵੀ ਗੱਲ ਕਰਦੇ ਆ, ਕਿਸੇ ਗੇਮ ਦੀ ਵੀ ਗੱਲ ਕਰਦੇ ਆ, ਤੇ ਜੇ ਬੱਚੇ ਨੂੰ ਆਪਾਂ ਉਸ ਗੇਮ ਜਾਂ ਉਸ ਪਾਰਟਿਕੂਲਰ ਸਪੋਰਟ ਦੇ ਵਿੱਚ ਵੀ ਲੈ ਕੇ ਆਣਾ ਹੈ ਤਾਂ ਪਹਿਲੀ ਸ਼ਰਤ ਇਹ ਹੈ ਕਿ ਬੱਚੇ ਨੂੰ ਮੋਟੀਵੇਟ ਕੀਤਾ ਜਾਏ, ਬੱਚੇ ਦਾ ਇੱਕ ਜਿਹੜਾ ਇੰਟਰਸਟ ਹੈ ਉਹ ਉਹਦੇ ਵਿੱਚ ਬਣਾਇਆ ਜਾਏ, ਜਿਹੜਾ ਕਿ ਬਹੁਤ ਜ਼ਰੂਰੀ ਹੈ। तो इसलिए ਆਪਾਂ ਇਹ ਗੱਲ ਕੀਤੀ ਕਿ ਜਿਹੜਾ ਟੀਚਿੰਗ ਦੇ ਵਿੱਚ ਵੀ ਜਿਹੜਾ ਪਹਿਲੀ ਸ਼ਰਤ ਇਹ ਹੁੰਦੀ ਹੈ ਕਿ ਬੱਚੇ ਨੂੰ ਮੋਟੀਵੇਟ ਕਰਨਾ। ਪ੍ਰਿੰਸੀਪਲ ਆਫ ਮੋਟੀਵੇਸ਼ਨ ਜਿਹੜਾ ਹੈ ਉਹ ਬਹੁਤ ਹੀ ਜ਼ਰੂਰੀ ਹੈ। ਜਦੋਂ ਤੱਕ ਬੱਚਾ ਮੋਟੀਵੇਟ ਨਹੀਂ ਹੋਏਗਾ ਉਹ ਕਿਸੇ ਵੀ ਚੀਜ਼ ਨੂੰ ਸਿੱਖ ਨਹੀਂ ਸਕੇਗਾ। It plays an important role in the development of a language. लैंग्वेज ਨੂੰ ਡਿਵੈਲਪ ਕਰਨ ਦੇ ਲਈ, ਕਿਸੇ ਵੀ ਲੈਂਗੁਏਜ ਦੀ ਡਿਵੈਲਪਮੈਂਟ ਵਾਸਤੇ ਇਹ ਜ਼ਰੂਰੀ ਹੈ ਕਿ ਜਿਹੜਾ ਵੀ ਬੰਦਾ उस लैंग्वेज ਨੂੰ ਸਿੱਖ ਰਿਹਾ ਹੈ ਉਹ ਪਹਿਲਾਂ ਮੋਟੀਵੇਟ ਹੋਵੇ ਉਹਨੂੰ ਸਿੱਖਣ ਦੇ ਲਈ। ਉਹਦੇ ਵਿੱਚ ਇੱਕ ਜਿਹੜੀ ਹੈ ਉਹਦੇ ਅੰਦਰੋਂ ਇੱਕ ਆਵਾਜ਼ ਆਏ ਕਿ ਉਹਨੇ ਉਹ ਚੀਜ਼ ਸਿੱਖਣੀ ਹੈ, ਸਿਰਫ ਤਾਂ ਹੀ ਉਹ ਜਿਹੜੀ ਉਸ ਚੀਜ਼ ਨੂੰ ਈਜ਼ੀਲੀ ਸਿੱਖ ਸਕਦਾ ਹੈ। ਅਗਲੀ ਆਪਾਂ ਗੱਲ ਕਰਦੇ ਹਾਂ ਪ੍ਰਿੰਸੀਪਲ ਆਫ ਹੈਬਿਟ ਫਾਰਮੇਸ਼ਨ। ਪ੍ਰਿੰਸੀਪਲ ਆਫ ਹੈਬਿਟ ਫਾਰਮੇਸ਼ਨ, ਜਦੋਂ ਤੱਕ ਕਿਸੇ ਬੰਦੇ ਨੂੰ ਕਿਸੇ ਚੀਜ਼ ਦੀ ਹੈਬਿਟ ਨਹੀਂ ਬਣੇਗੀ ਉਦੋਂ ਤੱਕ ਉਹ ਉਹਦੇ ਵਿੱਚ ਪ੍ਰੋਫੀਸ਼ੀਐਂਟ ਨਹੀਂ ਹੋਵੇਗਾ। ਜਿੱਦਾਂ ਕਿ ਆਪਾਂ ਐਗਜ਼ਾਮਪਲ ਲਈਏ ਕਿ ਆਪਾਂ ਜਿਹੜੇ ਆਪਣੇ ਸਟੂਡੈਂਟਸ ਹੈ ਉਹ ਜਦੋਂ ਵੀ ਆਪਾਂ ਮੀਨਸ ਕਿ ਇੱਕ ਟੀਚਰ ਕਲਾਸ ਦੇ ਵਿੱਚ ਐਂਟਰ ਕਰਦਾ ਹੈ ਤੇ ਸਭ ਤੋਂ ਪਹਿਲਾਂ ਆਪਣੇ ਟੀਚਰ ਨੂੰ ਵਿਸ਼ ਕਰਦੇ ਆ। ਜਦੋਂ ਉਹ ਵਾਪਸ ਘਰ ਜਾਂਦੇ ਆ ਤਾਂ ਆਪਣੇ ਟੀਚਰ ਨੂੰ ਵਿਸ਼ ਕਰਕੇ ਜਾਂਦੇ ਆ। ਘਰ ਜਾ ਕੇ ਵੀ ਆਪਾਂ ਬੱਚਿਆਂ ਨੂੰ ਸਿਖਾਉਂਦੇ ਕਿ ਆਪਣੇ ਪੇਰੈਂਟਸ ਨੂੰ ਵਿਸ਼ ਕਰੋ ਜਾਂ ਆਪਣੇ ਰਿਲੇਟਿਵਸ ਨੂੰ ਜਾਂ ਫਰੈਂਡਸ ਹੈ ਜਾਂ ਕਿਸੇ ਨੂੰ ਸਾਰਿਆਂ ਨੂੰ ਵਿਸ਼ ਕਰੋ। ਹੁਣ ਦੇਖੋ ਇਹ ਜਿਹੜੀ ਚੀਜ਼ ਹੈ ਉਹ ਅਚਾਨਕ ਉਹਨਾਂ ਵਿੱਚ ਨਹੀਂ ਬਣ ਗਈ। ਸਟਾਰਟਿੰਗ ਵਿੱਚ ਇੱਕ ਛੋਟਾ ਬੱਚਾ ਪਹਿਲਾਂ ਵਿਸ਼ ਨਹੀਂ ਕਰਦਾ, ਪਹਿਲਾਂ ਆਪਾਂ ਉਹਨੂੰ ਵਿਸ਼ ਕਰਨਾ ਸਿਖਾਉਂਦੇ ਆ। डेली ਉਹੀ ਚੀਜ਼ ਕਰਵਾ ਕੇ ਬਾਰ-ਬਾਰ ਕਹਿ ਕੇ ਆਪਾਂ ਇੱਕ ਉਹਦੇ ਵਿੱਚ ਹੈਬਿਟ ਫਾਰਮ ਕਰਦੇ ਆ। ਬੱਚੇ ਨੂੰ ਇੱਕ ਹੈਬਿਟ ਬਣਾ ਦਿੰਦੇ ਕਿ ਬੱਚੇ ਨੇ ਉਹ ਕੰਮ ਕਰਨਾ ਹੀ ਕਰਨਾ ਹੈ ਤੇ ਹੌਲੀ-ਹੌਲੀ ਬੱਚਾ ਜਿਹੜਾ ਹੈ ਉਹਦੇ ਵਿੱਚ ਪ੍ਰੋਫੀਸ਼ੀਐਂਟ ਹੋ ਜਾਂਦਾ ਹੈ। ਹੌਲੀ-ਹੌਲੀ ਉਸ ਚੀਜ਼ ਨੂੰ ਯੂਜ਼ ਕਰਨਾ ਸ਼ੁਰੂ ਕਰ ਦਿੰਦਾ ਹੈ। ਆਪਣੀ ਟੀਚਿੰਗ ਦੇ ਵਿੱਚ ਵੀ ਇਹੀ ਗੱਲ ਆਉਂਦੀ ਹੈ ਕਿ ਜਦੋਂ ਆਪਾਂ ਕਿਸੇ ਬੱਚੇ ਨੂੰ ਟੀਚ ਕਰਵਾਉਣਾ ਹੈ ਤੇ ਜੇ ਆਪਾਂ ਉਸ ਚੀਜ਼ ਦੀ ਬਾਰ-ਬਾਰ ਬੱਚੇ ਨੂੰ ਇੱਕ ਹੈਬਿਟ ਬਣਾ ਦਈਏ ਤਾਂ ਬੱਚਾ ਉਹਨੂੰ ਈਜ਼ੀਲੀ ਅੰਡਰਸਟੈਂਡ ਕਰ ਪਾਏਗਾ, ਬੱਚਾ ਉਹਨੂੰ ਈਜ਼ੀਲੀ ਲਰਨ ਕਰ ਪਾਏਗਾ, ਬੱਚਾ ਉਹਨੂੰ ਈਜ਼ੀਲੀ ਐਕਵਾਇਰ ਕਰ ਪਾਏਗਾ। सो नेक्स्ट अपना टॉपिक जो नेक्स्ट अपना प्रिंसिपल आ जाता है वो आ जाता है प्रिंसिपल ऑफ हैबिट फॉर्मेशन। उस तो बाद अपन नेक्स्ट की गल करिए प्रिंसिपल ऑफ प्रैक्टिस एंड ड्रिल। सबने सुनिया होया प्रैक्टिस मेक्स अ मैन परफेक्ट। किसी भी चीज विच तुसी परफेक्ट होना है, किसी भी चीज तुसी इजीली सीखना है, इजीली दी चल गल ना करिए कि किसी भी चीज तुसी सीखना है ओदे विच प्रोफिशिएंट बनना है ਤਾਂ ਤੁਹਾਨੂੰ ਉਹਦੇ ਲਈ ਪ੍ਰੈਕਟਿਸ ਕਰਨੀ ਬਹੁਤ ਜ਼ਰੂਰੀ ਹੈ। ਜਦੋਂ ਤੁਸੀਂ ਕਿਸੇ ਚੀਜ਼ ਦੀ ਪ੍ਰੈਕਟਿਸ ਬਾਰ-ਬਾਰ ਕਰਦੇ ਹੋ ਤਾਂ ਉਹ ਚੀਜ਼ ਜਿਹੜੀ ਹੈ ਤੁਹਾਡੀ ਆਪਣੀ ਹੋ ਜਾਂਦੀ ਹੈ, ਤੁਸੀਂ ਉਸ ਚੀਜ਼ ਨੂੰ ਈਜ਼ੀਲੀ ਮੀਨਸ ਕਿ ਯੂਜ਼ ਕਰ ਸਕਦੇ ਹੋ।
यही चीज अपना रूल लागू हुंदा है अपनी टीचिंग विच और लर्निंग दे विच। ਜਦੋਂ ਆਪਾਂ ਬੱਚੇ ਨੂੰ ਕਿਸੇ ਚੀਜ਼ ਦੀ ਪ੍ਰੈਕਟਿਸ ਕਰਵਾਵਾਂਗੇ, ਬਾਰ-ਬਾਰ ਪ੍ਰੈਕਟਿਸ ਕਰਵਾਵਾਂਗੇ, ਤਾਂ ਬੱਚਾ ਜਿਹੜਾ ਉਸ ਚੀਜ਼ ਨੂੰ ਚੰਗੀ ਤਰ੍ਹਾਂ ਯਾਦ ਕਰ ਲਏਗਾ, ਬੱਚਾ ਉਸ ਚੀਜ਼ ਨੂੰ ਚੰਗੀ ਤਰ੍ਹਾਂ ਸਮਝ ਲਏਗਾ। ਤੇ ਇਸ ਲਈ ਆਪਾਂ ਕਹਿੰਦੇ ਹਾਂ ਕਿ ਟੀਚਿੰਗ ਦੇ ਵਿੱਚ ਜਿਹੜਾ ਆ ਪ੍ਰੈਕਟਿਸ ਇੱਕ ਬਹੁਤ ਹੀ ਇੰਪੋਰਟੈਂਟ ਕਹਿ ਲਓ ਐਸਪੈਕਟ ਹੈ। ਜਿੰਨੀ ਜ਼ਿਆਦਾ ਬੱਚੇ ਨੂੰ ਪ੍ਰੈਕਟਿਸ ਹੋਏਗੀ ਉਨਾ ਜ਼ਿਆਦਾ ਬੱਚਾ ਜਿਹੜਾ ਹੈ ਉਸ ਚੀਜ਼ ਨੂੰ ਈਜ਼ੀਲੀ ਸਿੱਖੇਗਾ। ਜਿੱਦਾਂ ਕਿ ਆਪਾਂ ਐਗਜ਼ਾਮਪਲ ਦਈਏ, ਆਪਾਂ ਬੱਚੇ ਨੂੰ ਟੇਬਲ ਕਰਵਾਉਂਦੇ ਆ, ਆਪਾਂ ਜਿੰਨੀ ਵਾਰ ਉਹਨੂੰ ਟੇਬਲ ਕਰਵਾਵਾਂਗੇ, ਬਾਰ-ਬਾਰ ਜਦੋਂ ਆਪਾਂ ਉਹਨੂੰ ਟੇਬਲ ਕਰਵਾਵਾਂਗੇ ਤਾਂ ਬੱਚਾ ਉਹਨੂੰ ਈਜ਼ੀਲੀ ਲਰਨ ਕਰ ਲਏਗਾ। ਲੇਕਿਨ ਉਹੀ ਆਪਾਂ ਜੇ ਗੱਲ ਕਰੀਏ ਕਿ ਅੱਜ ਆਪਾਂ ਬੱਚੇ ਨੂੰ ਕੋਈ ਇੱਕ ਚੀਜ਼ ਪੜ੍ਹਾ ਦਿੱਤੀ ਤੇ 3-4 ਮੰਥਸ ਵਿੱਚ ਆਪਾਂ ਨੂੰ ਕੋਈ ਹੱਥ ਨਹੀਂ ਲਗਾਇਆ, 4 ਮੰਥਸ ਬਾਅਦ ਆਪਾਂ ਨੂੰ ਦੁਬਾਰਾ ਬੱਚੇ ਨੂੰ ਕਹੀਏ ਤਾਂ ਆਪਾਂ ਨੂੰ ਸਟਾਰਟਿੰਗ ਤੋਂ ਹੀ ਸ਼ੁਰੂ ਕਰਨਾ ਪਏਗਾ। ਆਪਾਂ ਨੂੰ ਸਟਾਰਟਿੰਗ ਤੋਂ ਬੱਚੇ ਨੂੰ ਇੱਕ ਇੱਕ ਚੀਜ਼ ਸਮਝਾਣੀ ਪਏਗੀ। ਜਦਕਿ ਜੇ ਉਹੀ ਚੀਜ਼ ਆਪਾਂ ਜਿਹੜਾ 4 ਮੰਥਸ ਦਾ ਗੈਪ ਪਾਉਣ ਦੀ ਬਜਾਏ ਉਹੀ ਚੀਜ਼ ਆਪਾਂ ਨੂੰ ਬਾਰ-ਬਾਰ ਪ੍ਰੈਕਟਿਸ ਕਰਵਾ ਰਹੇ ਹਾਂ ਤਾਂ 4 ਮੰਥਸ ਬਾਅਦ ਤਾਂ ਉਹ ਬੱਚਾ ਉਸ ਚੀਜ਼ ਦੇ ਵਿੱਚ ਬਿਲਕੁਲ ਐਫੀਸ਼ੀਐਂਟ ਹੋ ਜਾਏਗਾ। 4 ਮੰਥਸ ਬਾਅਦ ਤੱਕ ਤਾਂ ਬੱਚੇ ਦਾ ਉਹਦੇ ਜਿਹੜਾ ਪੂਰਾ ਉਹਦੀ ਕਹ ਲਓ ਪਕੜ ਹੈ ਉਸ ਟੌਪਿਕ ਤੇ ਬਣ ਜਾਏਗੀ। ਲੇਕਿਨ ਉਹਦੇ ਵਾਸਤੇ ਕੀ ਜ਼ਰੂਰੀ ਹੈ? ਉਹਦੇ ਵਾਸਤੇ ਜ਼ਰੂਰੀ ਹੈ ਕਿ ਬੱਚੇ ਨੂੰ ਪ੍ਰੈਕਟਿਸ ਜਿਹੜੀ ਕਰਵਾਈ ਜਾਏ, ਬਾਰ-ਬਾਰ ਬੱਚੇ ਨੂੰ ਕੰਮ ਚੜਾਇਆ ਕਰਵਾਇਆ ਜਾਏ। ਇਸੇ ਤਰ੍ਹਾਂ ਇੱਕ ਚੀਜ਼ ਹੋਰ ਹੁੰਦੀ ਹੈ ਕਿ ਜਦੋਂ ਬੱਚਾ ਬਾਰ-ਬਾਰ ਕਰਦਾ ਹੈ ਤਾਂ ਕਈ ਵਾਰ ਸਟਾਰਟਿੰਗ ਵਿੱਚ ਉਹਨਾਂ ਵਿੱਚ ਗਲਤੀਆਂ ਕਰਦਾ ਹੈ, ਉਹ ਮਿਸਟੇਕਸ ਨੂੰ ਨਾਲ ਦੀ ਨਾਲ ਇੰਪਰੂਵ ਕਰਕੇ, ਉਹਨਾਂ ਨੂੰ ਨਾਲ ਦੀ ਨਾਲ ਫੀਡਬੈਕ ਦੇ ਕੇ ਬੱਚੇ ਨੂੰ ਆਪਾਂ ਇੰਪਰੂਵ ਕਰ ਸਕਦੇ ਹਾਂ ਤੇ ਬੱਚਾ ਹੌਲੀ-ਹੌਲੀ ਉਸ ਚੀਜ਼ ਨੂੰ ਚੰਗੀ ਤਰ੍ਹਾਂ ਲਰਨ ਕਰ ਲੈਂਦਾ, ਚੰਗੀ ਤਰ੍ਹਾਂ ਅੰਡਰਸਟੈਂਡ ਕਰ ਲੈਂਦਾ। ਅੱਗੇ ਆਪਾਂ ਗੱਲ ਕਰਦੇ ਹਾਂ ਪ੍ਰਿੰਸੀਪਲ ਆਫ ਇਮੀਟੇਸ਼ਨ ਦੀ। ਇਮੀਟੇਸ਼ਨ, ਜਿੱਦਾਂ ਕਿ ਆਪਾਂ ਕੱਲ ਵੀ ਐਗਜ਼ਾਮਪਲ ਲਈ ਸੀ ਕਿ ਇੱਕ ਬੱਚਾ ਜਦੋਂ ਜਨਮ ਲੈਂਦਾ ਹੈ ਤਾਂ ਸਟਾਰਟਿੰਗ ਦੇ ਵਿੱਚ ਆਪਾਂ ਉਹਨੂੰ ਕੋਈ ਅਲਫਾਬੈਟਸ ਨਹੀਂ ਸਿਖਾਏ, ਸਟਾਰਟਿੰਗ ਵਿੱਚ ਆਪਾਂ ਉਹਨੂੰ ਕੋਈ ਅਲੱਗ ਤੋਂ ਰੂਲਸ ਨਹੀਂ ਸਮਝਾਏ, ਕੋਈ ਗ੍ਰਾਮਰ ਨਹੀਂ ਕਰਾਈ। ਜਦੋਂ ਸਟਾਰਟਿੰਗ ਦੇ ਵਿੱਚ ਬੱਚਾ ਬੋਲਣਾ ਸ਼ੁਰੂ ਕਰਦਾ ਹੈ ਨਾ, ਉਹ ਤੁਹਾਨੂੰ ਇਮੀਟੇਟ ਕਰਕੇ, ਮੀਨਸ ਕਿ ਉਹ ਆਪਣੇ ਪੇਰੈਂਟਸ ਨੂੰ ਜਾਂ ਜੋ ਵੀ ਉਹਦੇ ਰਿਲੇਟਿਵਸ ਵਗੈਰਾ ਹੈ ਉਹਨਾਂ ਨੂੰ ਦੇਖਦਾ ਹੈ, ਉਹ ਜਿੱਦਾਂ ਬੋਲਦੇ ਹੈ ਉਹ ਉਦਾਂ ਹੀ ਉਹਨਾਂ ਨੂੰ ਬੋਲਣ ਦੀ ਕੋਸ਼ਿਸ਼ ਕਰਦਾ ਹੈ ਤੇ ਹੌਲੀ-ਹੌਲੀ ਕੁਝ ਵਰਡਸ, ਕੁਝ ਸਾਊਂਡਸ ਜਿਹੜੇ ਆ ਉਹ ਬੋਲਣਾ ਸ਼ੁਰੂ ਕਰ ਦਿੰਦਾ ਹੈ। ਉਹ ਕੀ ਹੁੰਦਾ ਹੈ? ਉਹ ਹੁੰਦਾ ਇਮੀਟੇਸ਼ਨ ਦਾ ਪ੍ਰਿੰਸੀਪਲ। ਇਮੀਟੇਸ਼ਨ ਦਾ ਪ੍ਰਿੰਸੀਪਲ ਮੀਨਸ ਕਿ ਇਹੀ ਪ੍ਰਿੰਸੀਪਲ ਆਪਣਾ ਲਾਗੂ ਹੁੰਦਾ ਹੈ ਟੀਚਿੰਗ ਦੇ ਵਿੱਚ। ਮੈਂ ਕੱਲ ਵੀ ਇਹ ਗੱਲ ਕਹੀ ਸੀ ਕਿ ਇੱਕ ਜਿਹੜਾ ਟੀਚਰ ਹੁੰਦਾ ਹੈ ਉਹ ਆਪਣੇ ਸਟੂਡੈਂਟ ਦਾ ਰੋਲ ਮਾਡਲ ਹੈ। ਇੱਕ ਟੀਚਰ ਨੇ ਆਪਣੇ ਬੱਚੇ ਦੇ ਅੱਗੇ ਇੱਕ ਮਿਸਾਲ ਪੇਸ਼ ਕਰਨੀ ਹੁੰਦੀ ਹੈ। ਇੱਕ ਸਟੂਡੈਂਟ ਹਮੇਸ਼ਾ ਇਹ ਚਾਹੁੰਦਾ ਹੈ ਕਿ ਉਹ ਆਪਣੇ ਟੀਚਰ ਵਾਂਗ ਬਣੇ। ਕਿ ਇੱਕ ਸਟੂਡੈਂਟ ਦਾ, ਜੇ ਆਪਾਂ ਆਪਣੀ ਪ੍ਰਾਇਮਰੀ ਕਲਾਸਿਸ ਦੀ ਗੱਲ ਕਰੀਏ, ਜਿੱਦਾਂ ਕਿ ਨਰਸਰੀ ਕੇਜੀ ਦੇ ਬੱਚਿਆਂ ਦੀ ਗੱਲ ਕਰੀਏ, ਤਾਂ ਜੋ ਉਹਦਾ ਟੀਚਰ ਕਹੇਗਾ ਉਹੀ ਸਹੀ ਹੈ। ਬਾਕੀ ਨੂੰ ਬੰਦਾ ਜੋ ਕਹੇਗਾ ਉਹ ਕਹੇਗਾ ਨਹੀਂ, ਕਿ ਮੇਰੇ ਟੀਚਰ ਨੇ ਮੈਨੂੰ ਇਸ ਤਰ੍ਹਾਂ ਕਰਵਾਇਆ ਤੇ ਮੈਂ ਇਸ ਤਰ੍ਹਾਂ ਹੀ ਕਰੂੰਗਾ। ਉਹ ਆਪਣੇ ਟੀਚਰ ਨੂੰ ਪੂਰੀ ਤਰ੍ਹਾਂ ਇਮੀਟੇਟ ਕਰਦਾ ਹੈ। ਤੇ ਇਸ ਲਈ ਆਪਾਂ ਕਹਿੰਦੇ ਆ ਕਿ ਇੱਕ ਟੀਚਰ ਨੂੰ ਆਪਣੇ ਸਬਜੈਕਟ ਦੇ ਵਿੱਚ ਬਿਲਕੁਲ ਐਫੀਸ਼ੀਐਂਟ ਹੋਣਾ ਬਹੁਤ ਜ਼ਰੂਰੀ ਹੈ। ਜੇ ਇੱਕ ਟੀਚਰ ਹੀ ਐਫੀਸ਼ੀਐਂਟ ਨਹੀਂ ਹੋਏਗਾ ਤਾਂ ਆਪਣੇ ਸਟੂਡੈਂਟ ਨੂੰ ਐਫੀਸ਼ੀਐਂਟ ਕਿੱਦਾਂ ਕਰ ਪਾਏਗਾ? ਮੈਂ ਇਹ ਗੱਲ ਕੀਤੀ ਕਿ ਇੱਕ ਟੀਚਰ ਜਿਹੜਾ ਹੈ ਉਹ ਆਪਣੇ ਸਟੂਡੈਂਟ ਦਾ ਰੋਲ ਮਾਡਲ ਹੈ। ਉਹ ਆਪਣੇ ਸਟੂਡੈਂਟ ਦਾ ਰੋਲ ਮਾਡਲ ਹੈ। ਜਿਸ ਤਰ੍ਹਾਂ ਦੀ ਪ੍ਰੋਨੰਸੀਏਸ਼ਨ ਟੀਚਰ ਬੋਲੇਗਾ, ਸਟੂਡੈਂਟ ਵੀ ਉਸੇ ਤਰ੍ਹਾਂ ਹੀ ਵਰਡ ਨੂੰ ਪ੍ਰੋਨਾਂਸ ਕਰਨਗੇ। ਜੇ ਇੱਕ ਟੀਚਰ ਗਲਤ ਵਰਡ ਪ੍ਰੋਨਾਂਸ ਕਰ ਰਿਹਾ ਤਾਂ ਸਟੂਡੈਂਟ ਵੀ ਗਲਤ ਵਰਡ ਨੂੰ ਹੀ ਪ੍ਰੋਨਾਂਸ ਕਰੇਗਾ। ਤੇ ਇਹ ਆਪਣਾ ਹੋ ਗਿਆ ਪ੍ਰਿੰਸੀਪਲ ਆਫ ਇਮੀਟੇਸ਼ਨ। ਪ੍ਰਿੰਸੀਪਲ ਆਫ ਔਰਲ ਅਪਰੋਚ। ਔਰਲ ਅਪਰੋਚ ਦਾ ਮਤਲਬ ਕੀ ਹੈ? ਜਦੋਂ ਤੁਸੀਂ ਕਿਸੇ ਚੀਜ਼ ਨੂੰ ਬੋਲ ਕੇ ਬੱਚੇ ਨੂੰ ਸਿਖਾਉਂਦੇ ਹੋ, ਔਰਲੀ ਜਿਹੜਾ ਹੈ ਉਹਨੂੰ ਕਰਵਾ ਰਹੇ ਹੋ, ਤਾਂ ਬੱਚਾ ਉਹਨੂੰ ਈਜ਼ੀਲੀ ਅੰਡਰਸਟੈਂਡ ਕਰਦਾ ਹੈ, ਨਾ ਕਿ ਰਿਟਨ ਦੇ ਨੂੰ। ਰਿਟਨ ਨੂੰ ਕਰਨ ਲਈ ਉਹਨੂੰ ਪ੍ਰੋਬਲਮ ਵੀ ਹੁੰਦੀ ਹੈ, ਥੋੜੀ ਜਿਹੀ ਉਹਨੂੰ ਮੁਸ਼ਕਿਲ ਵੀ ਆਉਂਦੀ ਹੈ, ਥੋੜਾ ਉਹਨੂੰ ਮਿਹਨਤ ਵੀ ਜ਼ਿਆਦਾ ਕਰਨੀ ਪੈਂਦੀ ਹੈ। ਉਹੀ ਚੀਜ਼ ਜਦੋਂ ਔਰਲੀ ਬੱਚਾ ਕਰਦਾ ਹੈ ਤਾਂ ਉਹ ਈਜ਼ੀਲੀ ਅੰਡਰਸਟੈਂਡ ਕਰਦਾ ਹੈ। ਫॉर ਐਗਜ਼ਾਮਪਲ ਜਿਹੜੀ ਆਪਣੀ ਛੋਟੀ ਕਲਾਸਿਸ ਹੁੰਦੀਆਂ, ਛੋਟੀ ਕਲਾਸਿਸ ਦੇ ਵਿੱਚ ਬੱਚੇ ਨੂੰ ਆਪਾਂ ਰਾਈਮ ਸਿਖਾਉਂਦੇ ਆ, ਸਟੋਰੀ ਸਿਖਾਉਂਦੇ ਆ। ਉਹ ਆਪਣੇ ਸਿਖਾਉਣ ਦਾ ਤਰੀਕਾ ਪਹਿਲਾਂ ਕੀ ਹੁੰਦਾ ਹੈ? ਆਪਾਂ ਬੱਚੇ ਨੂੰ ਔਰਲੀ, ਇੱਕ ਬੱਚਾ ਜਾਂ ਟੀਚਰ ਜਿਹੜਾ ਖੁਦ ਬੋਲਦਾ ਹੈ ਔਰ ਬਾਕੀ ਸਟੂਡੈਂਟ ਜਿਹੜੇ ਆ ਉਹਦੇ ਪਿੱਛੇ ਉਸ ਚੀਜ਼ ਨੂੰ ਬੋਲਦੇ ਹੈ। ਜਦੋਂ ਉਹ ਡੇਲੀ ਉਸ ਚੀਜ਼ ਨੂੰ ਬਾਰ-ਬਾਰ ਬੋਲਦੇ ਹੈ ਤਾਂ ਉਹ ਉਹਨਾਂ ਨੂੰ ਬਹੁਤ ਹੀ ਅੱਛੀ ਤਰ੍ਹਾਂ, ਬਹੁਤ ਹੀ ਚੰਗੀ ਤਰ੍ਹਾਂ ਜਿਹੜੀ ਹੈ ਉਹਨਾਂ ਨੂੰ ਲਰਨ ਹੋ ਜਾਂਦੀ ਹੈ ਤੇ ਉਹ ਈਜ਼ੀਲੀ ਉਹਨੂੰ ਅੰਡਰਸਟੈਂਡ ਕਰ ਲੈਂਦੇ ਆ। ਪ੍ਰਿੰਸੀਪਲ ਆਫ ਨੈਚੁਰਲ ਆਰਡਰ ਆਫ ਲਰਨਿੰਗ। ਨੈਚੁਰਲ ਆਰਡਰ ਆਫ ਲਰਨਿੰਗ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਆਪਣੀ ਜਿਹੜੀ ਲੈਂਗੁਏਜ ਸਕਿੱਲ ਹੈ ਉਹ ਇੱਕ ਨੈਚੁਰਲ ਆਰਡਰ ਦੇ ਨਾਲ ਚੱਲਦੀ ਹੈ। ਕੀ ਆਰਡਰ ਹੈ ਉਹ? ਲਿਸਨਿੰਗ, ਸਪੀਕਿੰਗ, ਰੀਡਿੰਗ ਐਂਡ ਰਾਈਟਿੰਗ। ਟੀਚਿੰਗ ਦੇ ਵਿੱਚ ਹੀ ਆਪਾਂ ਜੇ ਗੱਲ ਕਰੀਏ ਤਾਂ ਇਹ ਇੱਕ ਬਹੁਤ ਹੀ ਇੰਪੋਰਟੈਂਟ ਐਸਪੈਕਟ ਹੈ ਕਿ ਜਿਹੜਾ ਸਾਈਕੋਲੋਜੀਕਲ ਸੀਕੁਐਂਸ ਹੈ, ਉਸੇ ਸੀਕੁਐਂਸ ਨਾਲ ਜੇ ਤੁਸੀਂ ਬੱਚੇ ਨੂੰ ਪੜਾਉਂਗੇ ਤਾਂ ਬੱਚਾ ਜਿਹੜਾ ਆ ਈਜ਼ੀਲੀ ਪੜ ਪਾਏਗਾ।
यही सीक्वेंस बनता है। सब तो पहला की होंगे लिसनिंग, देन स्पीकिंग, देन रीडिंग, देन राइटिंग। यही चीज जी आप कल चंगी तरह एक्सप्लेन की सी। अगे आप गल करिए प्रिंसिपल ऑफ यूजिंग मदर टंग। हुण आप गल कर रहे हैं जी टीचिंग ऑफ इंग्लिश की। यूजिंग मदर टंग का की मतलब है कि अपनी मदर टंग नू अपनी उस दूजी सैकेंड लैंग्वेज नू टीच करांदे होए उहनू यूज करना। ਇਹਦੇ ਵਿੱਚ कुछ कॉन्ट्राडिक्शंस है कि कुछ ਜਿਹੜੇ अपने कह लो एक्सपर्ट है ਉਹ ਤਾਂ ਕਹਿੰਦੇ ਹੈ कि ਆਪਾਂ ਨੂੰ ਬੱਚਿਆਂ ਨੂੰ ਟੀਚ ਕਰਵਾਉਂਦੇ ਹੋਏ ਮਦਰ ਟੰਗ ਨੂੰ ਯੂਜ਼ ਕਰਨਾ ਚਾਹੀਦਾ ਹੈ ਤੇ ਕੁਝ ਜਿਹੜੇ ਹੈ ਉਹ ਕਹਿੰਦੇ ਕਿ ਨਹੀਂ ਆਪਾਂ ਨੂੰ ਮਦਰ ਟੰਗ ਨੂੰ ਯੂਜ਼ ਕਰਨ ਦੀ ਜ਼ਰੂਰਤ ਨਹੀਂ ਹੈ, ਆਪਾਂ ਡਾਇਰੈਕਟਲੀ ਬੱਚੇ ਨੂੰ ਉਸੇ ਲੈਂਗੁਏਜ ਦੇ ਵਿੱਚ ਕਰਵਾ ਸਕਦੇ ਆ। लेकिन जे मैं अपना पॉइंट ऑफ व्यू देवां तो मेरे अकॉर्डिंगली ਆਪਾਂ ਨੂੰ मदर टंग ਨੂੰ यूज करवाना चाहिए है। क्यों? क्योंकि मदर टंग ਦੇ ਵਿੱਚ ਬੱਚਾ ਈਜ਼ੀਲੀ ਅੰਡਰਸਟੈਂਡ ਕਰ ਪਾਉਂਦਾ ਹੈ, क्योंकि मदर टंग ਦੇ ਨਾਲ ਬੱਚੇ ਦਾ ਇੱਕ ਜਿਹੜਾ ਕਨੈਕਸ਼ਨ ਹੈ ਉਹ ਬਹੁਤ ਪੁਰਾਣਾ ਹੁੰਦਾ ਹੈ ਤੇ ਜਦੋਂ ਆਪਾਂ ਉਸ ਚੀਜ਼ ਨੂੰ ਯੂਜ਼ ਕਰਕੇ ਬੱਚੇ ਨੂੰ ਕੋਈ ਦੂਸਰੀ ਲੈਂਗੁਏਜ ਸਿਖਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਬੱਚਾ ਜਿਹੜਾ ਆ ਈਜ਼ੀਲੀ ਅੰਡਰਸਟੈਂਡ ਕਰ ਪਾਉਂਦਾ ਹੈ। ਸੋ ਦਿਸ ਵਾਸ ਦਾ ਪ੍ਰਿੰਸੀਪਲਸ ਆਫ टीचिंग इंग्लिश। नाउ कम टू दी मैक्सिम्स ऑफ टीचिंग। पहला मैक्सिम्स ऑफ टीचिंग दी आपां गल करिए कि मैक्सिम्स हुंदे की है। मैक्सिम्स आर शॉर्ट स्टेटमेंट्स लाइक अ डिक्टम दैट आर ट्रीटेड एज जनरल रूल ऑफ कंडक्ट। मैक्सिम्स की है? मैक्सिम्स वो शॉर्ट स्टेटमेंट है किसी की जिदा डिक्टम, डिक्टम की होगा जिदा कोई उद्देश दे दिता जाता है, कोई मींस कि आदेश दे दिता किसी राजा वालों या कुछ भी उन्होंने ਆਪਾਂ ਉਹਦੀ ਗੱਲ ਕਰਦੇ ਆ ਡਿਕਟਮ ਦੀ ਕਿ ਉਸੇ ਤਰ੍ਹਾਂ ਮੈਕਸਿਮ ਜਿਹੜੀ ਇੱਕ ਸ਼ਾਰਟ ਸਟੇਟਮੈਂਟਸ ਹੈ ਜਿਹੜੇ ਕਿ ਐਜ਼ ਅ ਜਨਰਲ ਰੂਲ ਆਫ ਕੰਡਕਟ ਦੀ ਤਰ੍ਹਾਂ ਯੂਜ਼ ਹੁੰਦੇ ਆ ਐਜ਼ ਅ ਰੂਲਸ ਇਹਨਾਂ ਨੂੰ ਆਪਾਂ ਮੰਨ ਕੇ ਚੱਲਦੇ ਆ। यूनिवर्सल फैक्ट्स फाउंड आउट बाय टीचर्स आफ्टर years of experience। यूनिवर्सल फैक्ट्स फाउंडेड बाय टीचर्स आफ्टर years of experience। की गल ਇਹਦੇ ਵਿੱਚ ਕਹੀ ਹੈ? ਇਹਦੇ ਵਿੱਚ ਕਹਿਣ ਦਾ ਮਤਲਬ ਇਹ ਹੈ कि ਜਿਹੜੇ टीचर्स है उन्होंने सिर्फ एक जगह के टीचर नहीं, किसी एक पार्टिकुलर स्टेट दे नहीं, किसी एक पार्टिकुलर कंट्री दे नहीं, किसी एक पार्टिकुलर सिटी दे नहीं, यूनिवर्स दे मींस कि पूरे वर्ल्ड दे अलग अलग एरिया तो ਜਿਹੜੇ टीचर्स है उन्होंने अपने सालों का एक्सपीरियंस तो ਜਿਹੜੇ यूनिवर्सल फैक्ट फाइंड किए मींस कि ਜਿਹੜੇ हर जगह ते लागू होंगे है। ਇਹ नहीं है कि वो सिर्फ अपने पंजाब में लागू होंगे या आप गल करिए गुजरात च लागू होंगे, इंडिया च लागू होंगे या अमेरिका च लागू होंगे या इंग्लैंड च लागू होंगे, वो हर जगह ते लागू होंगे। हर जगह जिस तरह आप जो टीच करवाना है उत्थे जिहड़े आ आपां इन्हां चीज़ां नूं जिहड़े इन्हां मैक्सिम्स नूं आपां ध्यान विच रख के जिहड़ा टीच करवाना है मींस कि वो यूनिवर्सल फैक्ट्स हुंदे आ कि हर जगह ते वो मान्य हुंदे आ। दे आर कल्चर फ्री एंड यूनिवर्सल इन नेचर। वही गल आपां पहलां कीती कि वो कल्चर फ्री है, उन्होंने उत्ते किसी एक कल्चर का, किसी एक रिलीजन का, किसी एक स्टेट का, किसी एक कंट्री का कोई नहीं लेना देना, वो यूनिवर्सल है, वो हर जगह ते सेम लागू होंगे। हर जगह के टीचर ने अपने जिहड़े एक्सपीरियंस दे नाल इन्हां मैक्सिम्स नूं तैयार कीता है। दे आर ट्राइड एंड टेस्टेड प्रिंसिपल्स। उन्होंने पहला ट्राई किया गया, टेस्ट किया गया, फिर ही उन्होंने जिहड़ा आ मींस कि मैक्सिम का दर्जा दिता गया। They accelerate momentum of teaching learning process and help in achieving success in a classroom। Accelerate momentum कि वो अपनी जिहड़ी टीचिंग दी एक जिहड़ी स्पीड है उन्हों वधांदे है। टीचिंग दे जिहड़ा आ एक कह लो कि टीचिंग दे उत्ते एक अपनी टीचिंग नूं वधिया बनाउण दे लई अपनी जिहड़ी हेल्प करदे आ ताकि जिहड़े अपना टीचिंग लर्निंग प्रोसैस है वो सक्सैसफुल हो सके ते अपना जिहड़ा मोटिव है क्लासरूम विच जाके पढ़ाउण दा वो अपना पूरा कर सके। तो आपां गल करदे आ मैक्सिम्स ऑफ टीचिंग दी। किहड़े-किहड़े मैक्सिम्स ऑफ टीचिंग आई थिंक तुसीं सारिआं ने बीएड दे विच जिहड़े मैक्सिम्स पढ़े होणगे। फर्स्ट वन इज फ्रॉम नोन टू अननोन, सेकंड वन इज फ्रॉम सिंपल टू कॉम्प्लेक्स, थर्ड इज फ्रॉम कंक्रीट टू एब्स्ट्रैक्ट, देन पर्टिकुलर टू जनरल, होल टू पार्ट, साइकोलॉजिकल टू लॉजिकल, इंडक्शन टू डिडक्शन। इस तो अलावा कुछ और भी हो सकते हैं लेकिन दीज आर दी मोस्ट इंपॉर्टेंट मैक्सिम्स ऑफ टीचिंग। आओ हुण आपां डिटेल विच करांगे। फर्स्ट अपना है नोन टू अननोन कि जिद्दां कि ये अपने नेम तो ही क्लीयर है, नोन टू अननोन। पहला आपां बच्चे नूं ओह वाली इंफॉर्मेशन देनी है, पहला आपां बच्चे नूं ओह पढ़ाना है जिहड़ी चीज तो बच्चा ऑलरेडी जानदा है, जिहड़ी चीज बच्चा ऑलरेडी अवेयर है
उस चीज नूं पढ़ा के फिर तुसी ओहदी नॉलेज नूं अननोन वाल लेके जाना है। जे तुसी डायरैक्टली ओनू कोई चीज वो जाके दिखाने मीनस की पढ़ानी शुरू कर दो जिहदे बारे कुछ नहीं जानता, तो उन्होंने बहुत टाइम लगेगा उस चीज नूं समझण दे लई, उस चीज नूं ग्रास्प करन दे लई, एक्वायर करन दे लई, या कह ले कि अंडरस्टैंड करन दे लई। ਉਹਦੇ ਲਈ ਜ਼ਰੂਰੀ ਹੈ ਕਿ ਪਹਿਲਾਂ ਆਪਾਂ ਬੱਚੇ ਨੂੰ ਉਹ ਵਾਲੀ ਨੌਲੇਜ ਦਈਏ ਜਿਹੜੀ ਆਲਰੇਡੀ ਉਹਦੇ ਕੋਲ ਹੈ। ਪਹਿਲਾਂ ਆਪਾਂ ਜਿਹੜੀ ਆਪਣੀ ਟੀਚਿੰਗ ਸਟਾਰਟ ਕਰਨੀ ਹੈ, ਉਹ ਸਟਾਰਟ ਕਰਨ ਦਾ ਪਹਿਲਾ ਜਿਹੜਾ ਆਪਣਾ ਸਟੈਪ ਹੈ ਉਹ ਇਹ ਹੈ ਕਿ ਬੱਚੇ ਨੂੰ ਜਿਹੜੀ ਆਲਰੇਡੀ ਉਹ ਜਿਹੜੀ ਨੌਲੇਜ ਜਾਣਦਾ ਹੈ ਉਸ ਨੌਲੇਜ ਨੂੰ ਲੈ ਕੇ ਆਪਾਂ ਅੱਗੇ ਵਧੀਏ। ਨੌਲੇਜ ਮਸਟ ਬੀ ਗਿਵਨ ਬਾਈ ਲਿੰਕਿੰਗ ਟੂ ਪ੍ਰੀਵੀਅਸ ਨੌਲੇਜ। ਉਹੀ ਗੱਲ ਇਹਨਾਂ ਨੇ ਕੀਤੀ ਹੈ ਕਿ ਆਪਾਂ ਬੱਚੇ ਨੂੰ ਜਿਹੜੀ ਨੌਲੇਜ ਦੇਣੀ ਹੈ ਉਹਦੀ ਪ੍ਰੀਵੀਅਸ ਨੌਲੇਜ ਦੇ ਨਾਲ ਰਿਲੇਟਡ ਹੋਣੀ ਚਾਹੀਦੀ ਹੈ। To enable the teaching learning process and classroom progress called as the basic and primary of all the maxims। ਜਿਹੜਾ ਆਪਣਾ ਇਹ maxim ਹੈ known to unknown, ਇਹ ਜਿਹੜਾ basic ਜਿਹੜਾ primary maxim ਹੈ means ਕਿ ਇਹਦੇ ਤੋਂ ਹੀ ਆਪਣੀ ਜਿਹੜੀ teaching ਹੈ ਉਹ ਸ਼ੁਰੂ ਹੁੰਦੀ ਹੈ। ਹਰ subject ਦੇ ਵਿੱਚ ਕਿਸੇ ਵੀ ਆਪਾਂ subject ਦੀ ਗੱਲ ਕਰੀਏ ਤਾਂ ਇਹ ਜਿਹੜਾ maxim ਹੈ ਬਹੁਤ ਹੀ important ਇੱਕ ਰੋਲ ਜਿਹੜਾ ਆ ਉਹ play ਕਰਦਾ ਹੈ। While introducing the class with the topic initial teaching phase, ਜਦੋਂ ਆਪਾਂ ਸਟਾਰਟਿੰਗ ਵਿੱਚ ਜਾ ਕੇ ਆਪਣਾ ਟੌਪਿਕ ਮੀਨਸ ਕਿ ਬੱਚੇ ਨੂੰ ਇੰਟਰੋਡਿਊਸ ਕਰਦੇ ਆ, ਟੌਪਿਕ ਇੰਟਰੋਡਿਊਸ ਕਰਦੇ ਆ, ਤਾਂ ਸਭ ਤੋਂ ਪਹਿਲਾ ਫੇਜ਼ ਕੀ ਹੁੰਦਾ ਹੈ? ਸਭ ਤੋਂ ਪਹਿਲਾ ਫੇਜ਼ ਟੌਪਿਕ ਇੰਟਰੋਡਿਊਸ ਕਰਨ ਤੋਂ ਪਹਿਲਾ ਫੇਜ਼ ਇਹ ਹੁੰਦਾ ਹੈ ਕਿ ਬੱਚੇ ਦੀ ਜਿਹੜੀ ਨੋਨ ਨੌਲੇਜ ਹੈ ਉਸ ਨੌਲੇਜ ਨੂੰ ਲੈ ਕੇ ਆਪਾਂ ਅੱਗੇ ਵਧਣਾ ਹੈ। ਪਹਿਲਾਂ ਆਪਾਂ ਉਹਨੂੰ ਯੂਜ਼ ਕਰਨਾ ਹੈ। Minimal piece of knowledge which students are already aware about. Minimal piece of knowledge स्टूडेंट्स आर ऑलरेडी अवेयर कि ये वो वाली नॉलेज हुंदी है जिहदे बारे एक स्टूडेंट ऑल मींस कि ऑलमोस्ट जानता है, जिहदे बारे उन्होंने ऑलरेडी पता है कि वो की चीज है की नहीं है। जिद्दां कि इत्थे एग्जांपल दित्ती हुई है, बाइंग एंड सेलिंग जिहड़ा एक नोन प्रोसैस है ते प्रॉफिट एंड लॉस जिहड़ा है अननोन प्रोसैस है। कहने दा की मतलब है कि जे आपां बच्चे नूं प्रॉफिट एंड लॉस जिहड़ा प्रॉफिट एंड लॉस टीच करवाना है, डायरेक्टली प्रॉफिट एंड लॉस टीच करवाओगे तो बच्चे लिए मुश्किल होएगी। बाइंग एंड सेलिंग ऑलमोस्ट हर बच्चे को पता होएगा। पहला तुसीं उन्हां नूं बाइंग एंड सेलिंग दे बारे पूछोगे, उन्हां बारे गलबात करोगे, फिर हौली हौली इस जेड़े कह लो कि प्रोसैस तो आपां प्रॉफिट एंड लॉस वाली साइड ते जावांगे ते बच्चा जेड़ा ईजिली इहनूं समझ पाएगा। यही जेड़ी चीज अपनी इंग्लिश दे लैंग्वेज दे विच यूज हुंदी है कि पहला बच्चे नूं जेड़ी ऑलरेडी नॉलेज है ਉਹਨੂੰ ਲੈ ਕੇ ਆਪਾਂ ਬੱਚੇ ਨੂੰ ਅਨਨੋਨ ਨੌਲੇਜ ਜਿਹੜੀ ਹੈ ਉਹ ਦੇਣੀ ਹੈ। ਨੈਕਸਟ ਆਪਣਾ ਮੈਕਸਿਮ ਆ ਜਾਂਦਾ ਹੈ ਫਰੋਮ ਸਿੰਪਲ ਟੂ ਕੰਪਲੈਕਸ। ਸਿੰਪਲ ਜੀ ਗੱਲ ਹੈ, ਤੁਸੀਂ ਬੱਚੇ ਨੂੰ ਜਾਂਦੇ ਇੱਕ ਡਿਫਿਕਲਟ ਟੌਪਿਕ ਸਮਝਾਉਣਾ ਸ਼ੁਰੂ ਕਰ ਦਿਓ ਕਿ ਬੱਚਾ ਉਹਨੂੰ ਸਮਝ ਪਾਏਗਾ? ਨਹੀਂ। ਬੱਚੇ ਨੂੰ ਉਹ ਸਮਝਣ ਦੇ ਲਈ ਪਹਿਲਾਂ ਛੋਟੇ ਜਿਹੇ ਲੈਵਲ ਤੋਂ ਸ਼ੁਰੂ ਕਰਨਾ ਪਏਗਾ। ਪਹਿਲਾਂ ਜਾ ਕੇ ਤੁਸੀਂ ਕੀ ਕਰਨਾ ਹੈ, ਪਹਿਲਾਂ ਸਿੰਪਲ ਵਾਲਾ ਜਿਹੜਾ ਕਨਸੈਪਟ ਹੈ ਉਹ ਬੱਚੇ ਨੂੰ ਕਲੀਅਰ ਕਰਨਾ ਹੈ, ਫਿਰ ਉਹ ਸਿੰਪਲ ਤੋਂ ਹੌਲੀ ਹੌਲੀ ਡਿਫਿਕਲਟ ਲੈਵਲ ਜਿਹੜਾ ਤੁਸੀਂ ਉਹ ਵਧਾਉਣਾ ਹੈ ਤੇ ਫਿਰ ਤੁਸੀਂ ਕੰਪਲੈਕਸ ਲੈਵਲ ਤੇ ਪਹੁੰਚਣਾ ਹੈ। ਸਿੰਪਲ ਕਨਸੈਪਟਸ ਆਰ ਟੌਟ ਫਰਸਟ ਐਂਡ ਕੰਪਲੈਕਸ ਆਈਡੀਆਜ਼ ਆਰ ਆਈਡੀਆਜ਼ ਐਂਡ ਕਨਸੈਪਟ ਲੇਟਰ। ਕਿ ਪਹਿਲਾਂ ਆਪਾਂ ਬੱਚੇ ਨੂੰ ਸਿੰਪਲ ਕਨਸੈਪਟ ਪੜਾਉਣਾ ਹੈ ਤੇ ਉਸ ਤੋਂ ਬਾਅਦ ਆਪਾਂ ਕੰਪਲੈਕਸ ਆਈਡੀਆਜ਼ ਦੇ ਉੱਤੇ ਆਣਾ ਹੈ। Easy concepts and teaching points are introduced first and difficult level to be increased gradually। एक तरह नाल वही गल है कि पहला जेडे easy concept है उन्होंने आप चंगी तरह बच्चे को क्लियर करांगे, फिर हौली 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 जेड़ा आ आप डिफिकल्टी लेवल ते लेके जावांगे। एक बच्चे नूं तुसीं कहो कि नीचे सीधा वो डायरैक्ट फर्स्ट फ्लोर ते जाके छलांग लगा दे तो ਉਹਦੇ ਲਈ पॉसिबल नहीं है। ਉਹਨੂੰ हौली हौली ਜਿਹੜੀਆਂ स्टेयर्स है चढ़नियां पैणगीਆਂ, फिर ही जाके ਉਹ फर्स्ट फ्लोर ਦੇ ਉੱਤੇ पहुंच पाएगा। एग्जाम्पल दी हुई है कि तुसी पहला सिंपल बच्चे नूं एडिशन सिखाई, उस तो बाद तुसी सबट्रैक्शन ते आंदे हो। जिद्दां कि आपां गल करदे हां कि छोटी क्लासेस दे विच जिहड़ा आपां सिलेबस उन्हां दा करिकुलम तैयार करदे हां ਉਹ कुछ इसे तरीके नाल करदे हां कि ਜਿਹੜੀਆਂ ਸਿੰਪਲ ਵਾਲੀਆਂ ਚੀਜ਼ਾਂ ਹੈ ਉਹ ਆਪਾਂ ਬੱਚੇ ਨੂੰ ਪਹਿਲਾਂ ਸਟਾਰਟਿੰਗ ਦੇ ਵਿੱਚ ਸਿਖਾਉਂਦੇ ਆ ਕਿ ਜਿੱਦਾਂ ਆਪਾਂ ਨੰਬਰ ਜੈਂਡਰਸ ਹੈ ਉਹ ਬੱਚੇ ਨੂੰ ਪਹਿਲਾਂ ਸਿਖਾਏ ਔਰ ਉਸ ਤੋਂ ਬਾਅਦ ਹੌਲੀ ਹੌਲੀ ਆਪਾਂ ਜਿਹੜੇ ਆਪੋਜ਼ਿਟਸ ਵਗੈਰਾ ਦੇ ਉੱਤੇ ਪਹੁੰਚਦੇ ਆ। ਨੈਕਸਟ ਆਪਾਂ ਗੱਲ ਕਰੀਏ कंक्रीट टू एब्सट्रैक्ट। कंक्रीट की हुंदा है मींस कि वो चीज जिहड़ी बच्चे दे सामने है, जिहड़ी चीज नूं बच्चा देख सकदा है, छू सकदा है या मींस कि उहनूं महसूस कर सकदा है, टच कर सकदा है, फील कर सकदा है, वो चीज हो गई कंक्रीट। एब्सट्रैक्ट हो गई जिहड़ी चीज नूं बच्चा दी जिहड़ी 5 सेंसेस है ओनू
नहीं मीनस कि देख पांदियां समझ पांदियां, वो चीज हो गई एब्सट्रैक्ट। बच्चे ਨੂੰ ਜਦੋਂ ਆਪਾਂ ਐਬਸਟ੍ਰੈਕਟ ਚੀਜ਼ ਬਾਰੇ ਪੜਾਣਾ ਹੈ ਤਾਂ ਪਹਿਲਾਂ ਉਹਦੇ ਸਾਹਮਣੇ ਆਪਾਂ ਨੂੰ ਕੋਈ ਕੰਕਰੀਟ ਐਗਜ਼ਾਮਪਲ ਦੇਣੀ ਪੜੇਗੀ। ਕੰਕਰੀਟ ਐਗਜ਼ਾਮਪਲ ਆਪਾਂ ਉਹਨੂੰ ਦੇਵਾਂਗੇ ਤੇ ਹੌਲੀ ਹੌਲੀ ਉਹਨੂੰ ਆਪਾਂ ਐਬਸਟ੍ਰੈਕਟ ਬਾਰੇ ਦੱਸਾਂਗੇ ਤਾਂ ਬੱਚਾ ਉਹਨੂੰ ਈਜ਼ੀਲੀ ਸਮਝ ਆਏਗਾ। ਜੇ ਤੁਸੀਂ ਡਾਇਰੈਕਟਲੀ ਉਹਨੂੰ ਐਬਸਟ੍ਰੈਕਟ ਬਾਰੇ ਦੱਸਣਾ ਸ਼ੁਰੂ ਕਰੋਗੇ ਤਾਂ ਬੱਚੇ ਨੂੰ ਉਹ ਸਮਝ ਜਿਹੜੀ ਹੈ ਉਹ ਥੋੜੀ ਮੁਸ਼ਕਿਲ ਆਏਗੀ, ਬੱਚੇ ਨੂੰ ਸਮਝਣ ਵਿੱਚ ਥੋੜੀ ਜਿਹੀ ਪ੍ਰੋਬਲਮ ਹੋਏਗੀ। ਜਿੱਦਾਂ ਕਿ from actual tangible objects that can be visualized and be verified by five senses। ਇਹ ਕਿਹਦੀ ਗੱਲ ਕੀਤੀ ਹੈ? ਕੰਕਰੀਟ ਦੀ ਗੱਲ ਕੀਤੀ ਹੈ ਕਿ ਐਕਚੁਅਲ ਉਹ ਵਾਲੇ ਟੈਂਜੀਬਲ ਆਬਜੈਕਟਸ ਜਿਹੜੇ ਕਿ ਵਿਜ਼ੂਅਲਾਈਜ਼ ਹੁੰਦੇ ਆ ਆਪਣੀ 5 ਸੈਂਸਿਸ ਦੇ ਦੁਆਰਾ। 5 ਸੈਂਸਿਸ ਆਪਣੀਆਂ ਕਿਹੜੀਆਂ ਆ ਗਈਆਂ? ਸਾਈਟ, ਸਾਊਂਡ, ਸਮੈਲ, ਟੱਚ ਐਂਡ ਟੇਸਟ। ਇੱਥੋਂ ਆਪਾਂ ਜਾਣਾ ਹੈ ਬੱਚੇ ਨੂੰ ਕਿੱਥੇ ਲੈ ਕੇ? more intangible abstract ideas that needs intuitive interpretation and can't be seen or touched directly। ਪਹਿਲਾਂ ਬੱਚੇ ਨੂੰ ਆਪਾਂ ਉਸ ਚੀਜ਼ ਦੀ ਨੌਲੇਜ ਦੇਣੀ ਹੈ ਜਿਹੜੀ ਕਿ ਉਹਦੇ ਸਾਹਮਣੇ ਹੈ, ਫਿਰ ਆਪਾਂ ਉਹਨੂੰ ਉਹਦੀ ਜਿਹੜੀ ਇਮੇਜਿਨੇਸ਼ਨ ਹੈ ਉਹ ਵਾਲੀ ਚੀਜ਼ਾਂ ਤੇ ਲੈ ਕੇ ਜਾਣੀ ਹੈ ਜਿਹੜੀ ਉਹਦੀ ਸਮਝ ਤੋਂ ਥੋੜੀ ਜਿਹੀ ਬਾਹਰ ਹੈ, ਉਹਨੂੰ ਹੌਲੀ ਹੌਲੀ ਆਪਾਂ ਉਸ ਚੀਜ਼ ਨੂੰ ਸਮਝਾਣਾ ਹੈ। ਜਿਹਦਾ ਕਿ ਐਗਜ਼ਾਮਪਲ ਦਿੱਤੀ ਹੋਈ ਹੈ, ਪਹਿਲਾਂ ਆਪਾਂ ਇਹਦੀ ਗੱਲ ਕਰੀਏ ਬੇਸਡ ਔਨ ਕੋਗਨੀਟਿਵ ਡਿਵੈਲਪਮੈਂਟ ਆਫ ਸਟੂਡੈਂਟਸ। ਕੋਗਨੀਟਿਵ ਡਿਵੈਲਪਮੈਂਟ ਮੀਨਸ ਕਿ ਉਹਦੀ ਮੈਂਟਲੀ ਜਿਹੜਾ ਉਹਦੀ ਮਾਈਂਡ ਦੀ ਡਿਵੈਲਪਮੈਂਟ ਦੇ ਨਾਲ ਜਿਹੜੀ ਰਿਲੇਟਡ ਹੁੰਦੀ ਹੈ, ਉਹ ਇੱਕ ਕਨਸੈਪਟ ਹੈ ਕੰਕਰੀਟ ਟੂ ਐਬਸਟ੍ਰੈਕਟ। ਫॉर एग्जांपल ਜੇ ਮੈਂ ਗੱਲ ਕਰਾਂ, ਮੈਂ ਬੱਚੇ ਨੂੰ ਸਿਖਾਣਾ ਹੈ 골ਡਨ ਐਪਲ। ਮੈਂ ਬੱਚੇ ਨੂੰ 골ਡਨ ਐਪਲ ਬਾਰੇ ਦੱਸਣਾ ਹੈ ਤੇ ਉਹਨੂੰ ਡਾਇਰੈਕਟਲੀ 골ਡਨ ਐਪਲ ਦੱਸਣ ਦੀ ਬਜਾਏ ਜੇ ਮੈਂ ਪਹਿਲਾਂ ਬੱਚੇ ਨੂੰ ਕੋਈ 골ਡਨ ਚੀਜ਼ ਦਿਖਾਵਾਂ, ठीक है, गोल्डन कलर ਉਹਦੇ ਸਾਹਮਣੇ ਲੈ ਕੇ ਆਵਾਂ ਔਰ ਇੱਕ ਐਪਲ ਉਹਦੇ ਸਾਹਮਣੇ ਪੇਸ਼ ਕਰਾਂ। ਇੱਕ ਮੈਂ ਬੱਚੇ ਨੂੰ ਐਪਲ ਦਿਖਾਇਆ, ਇੱਕ ਮੈਂ ਬੱਚੇ ਨੂੰ 골ਡਨ ਕਲਰ ਦਿਖਾਇਆ। ਉਹ ਦਿਖਾ ਕੇ ਜਦੋਂ ਮੈਂ 골ਡਨ ਐਪਲ ਬਾਰੇ ਬੱਚੇ ਨੂੰ ਦੱਸੂਗੀ ਤਾਂ ਬੱਚਾ ਈਜ਼ੀਲੀ ਉਹਨੂੰ ਅੰਡਰਸਟੈਂਡ ਕਰੇਗਾ। ਲੇਕਿਨ ਜੇ ਮੈਂ ਡਾਇਰੈਕਟਲੀ ਇਹਨਾਂ ਚੀਜ਼ਾਂ ਦੱਸਣ ਜਾਏ 골ਡਨ ਐਪਲ ਕਰੀ ਜਾ ਤੇ ਬੱਚੇ ਨੂੰ ਕਿਤੇ ਨਾ ਕਿਤੇ ਇਮੇਜਿਨੇਸ਼ਨ ਉਹਦੇ ਲਈ ਬਹੁਤ ਦੂਰ ਹੋ ਜਾਂਦੀ ਹੈ। ਇੱਕ ਛੋਟੇ ਬੱਚੇ ਨੂੰ ਸਮਝਣਾ ਥੋੜਾ ਜਿਹਾ ਮੁਸ਼ਕਿਲ ਹੋ ਜਾਂਦਾ ਹੈ। ਤੇ ਇਸ ਲਈ ਇਹਦੇ ਵਿੱਚ ਇਹੀ ਚੀਜ਼ ਕਹੀ ਗਈ ਹੈ ਕਿ ਪਹਿਲਾਂ ਆਪਾਂ ਕੰਕਰੀਟ ਜਿਹੜੀ ਚੀਜ਼ ਹੈ ਉਹ ਬੱਚੇ ਦੇ ਸਾਹਮਣੇ ਰੱਖਣੀ ਹੈ, ਫਿਰ ਹੌਲੀ ਹੌਲੀ ਆਪਾਂ ਐਬਸਟ੍ਰੈਕਟ ਆਈਡੀਆ ਤੱਕ ਜਾਣਾ ਹੈ। I hope it is clear to all. Now from particular to general। particular to general ਦਾ ਮਤਲਬ ਕੀ ਹੈ ਕਿ ਪਹਿਲਾਂ ਕੋਈ ਪਾਰਟਿਕੂਲਰ ਚੀਜ਼ ਆਪਾਂ ਬੱਚੇ ਨੂੰ ਦੱਸਣੀ ਹੈ, ਫਿਰ ਉਹਦਾ ਜਨਰਲ ਕਨਸੈਪਟ ਆਪਾਂ ਬੱਚੇ ਦੇ ਸਾਹਮਣੇ ਲੈ ਕੇ ਆਣਾ ਹੈ। ਜੇ ਤੁਸੀਂ ਪਾਰਟਿਕੂਲਰ ਚੀਜ਼ ਦੇ ਕੇ ਜਨਰਲ ਨੂੰ ਐਕਸਪਲੇਨ ਕਰੋਗੇ ਤਾਂ ਬੱਚੇ ਲਈ ਉਹ ਸਮਝਣਾ ਬਹੁਤ ਈਜ਼ੀ ਹੋਏਗਾ। ਲੇਕਿਨ ਜੇ ਇਹਦੇ ਆਪੋਜ਼ਿਟ ਤੁਸੀਂ ਪਹਿਲਾਂ ਜਨਰਲ ਰੂਲਸ ਵਗੈਰਾ ਬੱਚੇ ਨੂੰ ਸਿਖਾਉਣਾ ਸ਼ੁਰੂ ਕਰ ਦਿਓ ਤੇ ਉਸ ਤੋਂ ਬਾਅਦ ਪਾਰਟਿਕੂਲਰ ਤੇ ਆਓ ਤਾਂ ਬੱਚਾ ਉਹਨੂੰ ਬਹੁਤ ਹੀ ਡਿਫਿਕਲਟੀ ਨਾਲ ਅੰਡਰਸਟੈਂਡ ਕਰ ਪਾਏਗਾ। The specific examples should be presented before the pupils first and then general laws and principles should be derived from those specific examples। कहने का मतलब की है कि पहला ਆਪਾਂ ਬੱਚੇ ਨੂੰ ਕਿਸੇ ਚੀਜ਼ ਦੀ एग्जांपल ਦੇਣੀ ਹੈ, ਫਿਰ ਉਹਦੇ ਜਿਹੜੇ ਰੂਲਸ ਹੈ ਫਿਰ ਉਹ ਆਪਾਂ ਉਹਨੂੰ ਐਕਸਪਲੇਨ ਕਰਨੇ ਆ। ਫॉर एग्जांपल ਜਦੋਂ ਮੈਂ ਗੱਲ ਕਰਾਂ, ਮੈਂ ਬੱਚਿਆਂ ਨੂੰ ਨਾउन ਕਰਵਾਉਣਾ ਹੈ, ठीक है। नाउन करवाने ਦੇ ਲਈ ਪਹਿਲਾਂ मैं एग्जांपल्स ਦਊਂਗੀ कि किसी का नेम बोल रही हाँ, कोई चीज बच्चे दे सामने रख दी, किसी थिंग की गल की, किसी सिटी की गल की, पहला मैं एग्जांपल्स दित्तियां, बच्चे नूं बच्चे का नाम पूछया, इस तरह मैं एग्जांपल्स दित्तियां, फिर मैं उन्होंने जाके दस्सिया कि ये है की, फिर मैं उन्होंने एक्सप्लेन किया कि ये नाउन है, नाउन आपां किहनूं कहंदे आ। जे डायरैक्टली मैं जाके उन्होंने डेफिनेशन बोलनी शुरू करदा, हाँ जी व्हाट इज अ नाउन, नाउन इज अ नेम ऑफ अ प्लेस, पर्सन और थिंग, ਤੇ ਬੱਚਾ ਜਿਹੜਾ ਹੈ ਉਹਨੂੰ ਥੋੜੀ ਜਿਹੀ ਕਨਫਿਊਜ਼ਨ ਹੋਏਗੀ। ਬੱਚਾ ਕਿਉਂਕਿ ਬੱਚੇ ਦਾ ਲੈਵਲ ਇੰਨਾ ਨਹੀਂ ਹੈ ਕਿ ਉਹ ਡਾਇਰੈਕਟਲੀ ਉਸ ਚੀਜ਼ ਨੂੰ ਸਮਝ ਸਕੇ। ਬੱਚੇ ਦਾ ਲੈਵਲ ਇਨਕਰੀਜ਼ ਕਰਨ ਦੇ ਲਈ ਆਪਾਂ ਨੂੰ ਹੌਲੀ ਹੌਲੀ ਗ੍ਰੈਜੂਅਲੀ ਆਪਾਂ ਜਿਹੜੇ ਆ ਉਹ ਵਧਾਂਗੇ। ਇਸ ਰੂਲ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਬੱਚੇ ਨੂੰ ਪਹਿਲਾਂ ਆਪਾਂ ਪਾਰਟਿਕੂਲਰ ਚੀਜ਼ ਐਕਸਪਲੇਨ ਕਰਨੀ ਹੈ, ਫਿਰ ਉਸ ਤੋਂ ਬਾਅਦ ਹੌਲੀ ਹੌਲੀ ਜਨਰਲ ਲਾਅ ਦੇ ਉੱਤੇ, ਰੂਲ ਦੇ ਉੱਤੇ ਜਾਣਾ ਹੈ। ਜਦੋਂ ਤੁਸੀਂ ਐਗਜ਼ਾਮਪਲ ਦੇ ਕੇ ਕਿਸੇ ਚੀਜ਼ ਨੂੰ, ਕਿਸੇ ਲਾਅ ਨੂੰ ਐਕਸਪਲੇਨ ਕਰੋਗੇ ਤਾਂ ਬੱਚਾ ਉਹਨੂੰ ਈਜ਼ੀਲੀ ਅੰਡਰਸਟੈਂਡ ਕਰ ਪਾਏਗਾ। नेक्स्ट आ गया फ्रॉम होल टू पार्ट। पहला बच्चे नूं पूरी ओवरऑल नॉलेज जिहड़ी है वो देनी है, फिर हौली हौली उहदे पार्ट्स दे उत्ते आना है। जिद्दां कि आपां ये कह लईए कि टॉप टू बॉटम अप्रोच। टॉप टू बॉटम अप्रोच यही चीज हो जाती है कि पहला बच्चे नूं पूरी दी पूरी आपां जो ओवरऑल दा व्यू है उहदे बारे दस्सिया, फिर हौली हौली उहदे पार्ट्स ते आए। The student should be acquainted with complete lesson, chapter, concept, theory of idea first and then break down different elements for discussion। जिदा कि आप एग्जांपल देने कि पहला आप बच्चे को एक पूरा चैप्टर रीड करवाने हैं,
ਚੈਪਟਰ ਰੀਡ ਕਰਵਾਉਂਦੇ ਆ, ਫਿਰ ਉਸ ਤੋਂ ਬਾਅਦ ਆਪਾਂ ਉਹਦੀ ਜਿਹੜੀ ਛੋਟੀ ਛੋਟੀ ਡਿਟੇਲਸ ਹੈ, ਜਿੱਦਾਂ ਕਿ ਉਹਦੇ ਵਿੱਚ ਜਿਹੜੇ ਵਰਡ ਮੀਨਿੰਗਸ ਹੈ, ਕੁਐਸਚਨ ਆਨਸਰਸ ਹੈ, ਜਾਂ ਆਪਾਂ ਗੱਲ ਕਰੀਏ ਕਿ ਉਹਦੇ ਹੋਰ ਬੈਕ ਐਕਸਰਸਾਈਜ਼ ਹੈ ਉਹ ਕਰਵਾਉਣੀਆਂ ਸ਼ੁਰੂ ਕਰਦੀਆਂ। ਉਹ ਵੀ ਚੀਜ਼ ਇਸੇ ਤਰ੍ਹਾਂ ਹੀ ਹੈ ਕਿ ਪਹਿਲਾਂ ਆਪਾਂ ਇੱਕ ਬੱਚੇ ਨੂੰ ਪੂਰੀ ਐਕਸਪਲੇਨੇਸ਼ਨ ਇੱਕ ਚੀਜ਼ ਦੀ ਦਿੰਨੇ ਆ, ਫਿਰ ਉਸ ਤੋਂ ਬਾਅਦ ਹੌਲੀ ਹੌਲੀ ਉਹਦੇ ਪਾਰਟਸ ਦੇ ਉੱਤੇ ਆਪਾਂ ਆਉਂਦੇ ਆ। ਜਿੱਦਾਂ ਕਿ ਪ੍ਰੋਜ਼ ਜਿਹੜਾ ਆ ਪਹਿਲਾਂ ਆਪਾਂ ਫੁੱਲ ਚੈਪਟਰ ਉਹਨਾਂ ਨੂੰ ਕਰਵਾਇਆ ਉਹਦੀ, ਫਿਰ ਜਿਹੜੀ ਹੌਲੀ ਹੌਲੀ ਦੀ ਐਕਸਪਲੇਨੇਸ਼ਨ ਹੈ, ਪੈਰਾਗ੍ਰਾਫ ਸੀ ਜਿਹੜੀ ਉਹਦੇ ਪਾਰਟਸ ਦੀ ਆਪਾਂ ਐਕਸਪਲੇਨੇਸ਼ਨ ਹੈ ਉਹ ਬੱਚੇ ਨੂੰ ਆਪਾਂ ਕਰਾਂਗੇ। ਪੋਇਟਰੀ ਵੀ ਇਸੇ ਤਰ੍ਹਾਂ ਹੀ ਹੈ, ਪੋਇਟਰੀ ਵਿੱਚ ਪਹਿਲਾਂ ਬੱਚੇ ਨੂੰ ਆਪਾਂ ਸਾਰਾ ਕੁਝ ਉਹਦਾ ਕਰਵਾਵਾਂਗੇ ਤੇ ਹੌਲੀ ਹੌਲੀ ਜਿਹੜੇ ਉਹਦੇ ਵਰਡ ਦੇ ਮੀਨਿੰਗਸ ਹੈ ਤੇ ਉਹਦੇ ਪਾਰਟਸ ਦੇ ਉੱਤੇ ਆਪਾਂ ਉਹਨੂੰ ਲੈ ਕਰਕੇ ਆਵਾਂਗੇ। नेक्स्ट अपना आ जाता है फ्रॉम साइकोलॉजिकल टू लॉजिकल। ठीक है, अजकल का जो टाइम है वो लॉजिक का टाइम है। अजकल हर बंदा हर चीज के पिछे एक लॉजिक लभदा है, लेकिन जो आप एक बच्चे की गल करते हैं तो बच्चे का माइंड लैवल इन्ना नहीं हुंदा कि वो किसी भी लॉजिक को डायरैक्टली समझ सके। तो ये लॉ यही कहता है, इस लॉ के अकॉर्डिंगली पहला आप बच्चे के माइंड के अकॉर्डिंगली उन्होंने जो कॉन्सैप्ट क्लीयर करने हैं, फिर हौली हौली उन्होंने लॉजिक्स नू एक्सप्लेन करना है। ਜੇ ਤੁਸੀਂ ਡਾਇਰੈਕਟਲੀ ਬੱਚੇ ਨੂੰ ਲੌਜੀਕ ਐਕਸਪਲੇਨ ਕਰਨਾ ਸ਼ੁਰੂ ਕਰ ਦੋਗੇ ਤਾਂ ਬੱਚੇ ਨੂੰ ਉਹਨੂੰ ਜਿਹੜਾ ਆ ਅੰਡਰਸਟੈਂਡ ਕਰਨ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਜਿਹੜੀ ਹੈ ਉਹ ਆਏਗੀ। ਬੇਸਿਕ ਪ੍ਰਿੰਸੀਪਲਸ ਆਫ ਸਾਈਕੋਲੋਜੀ ਲਾਈਕ ਸਟੂਡੈਂਟਸ ਇੰਟਰਸਟ, ਐਪਟੀਟਿਊਡ, ਮੈਮੋਰੀ, creativity, attitudes, developmental needs and levels, aspiration, etc. to be kept in consideration for selection of subject matter and sequential arrangement of the content and then later to the logical arrangement of the content। कहने की मतलब है पहला तुसी ਜਿਹੜੀਆਂ ਇਹਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬੱਚੇ ਦੇ ਇੰਟਰਸਟ ਨੂੰ, ਬੱਚੇ ਦੇ ਐਪਟੀਟਿਊਡ, ਮੈਮਰੀ, ਐਟੀਟਿਊਡ ਨੂੰ ਧਿਆਨ ਵਿੱਚ ਰੱਖ ਕੇ ਬੱਚੇ ਨੂੰ ਆਪਾਂ ਜਿਹੜੀ ਹੈ ਸਬਜੈਕਟ ਮੈਟਰ ਆਪਾਂ ਜਿਹੜੀ ਉਹਦੀ ਸਿਲੈਕਸ਼ਨ ਦੇ ਵਿੱਚ ਆਪਾਂ ਹੈਲਪ ਕਰਨੀ। ਉਸ ਤੋਂ ਬਾਅਦ ਆਪਾਂ ਹੌਲੀ ਹੌਲੀ ਉਹਦੇ ਕੰਟੈਂਟ ਵਿੱਚ ਉਹਦੇ ਲੌਜੀਕਲ ਅਰੇਂਜਮੈਂਟਸ ਜਿਹੜੀਆਂ ਆਪਾਂ ਬਾਅਦ ਚੋਂ ਕਰਨੀ ਹੈ। ਸਿੰਪਲ ਜੀ ਲੈਂਗੁਏਜ ਵਿੱਚ ਜਿਹੜੀ ਗੱਲ ਕਰੀਏ ਕਿ ਬੱਚੇ ਦੇ ਮਾਈਂਡ ਦੇ ਅਕੋਰਡਿੰਗਲੀ ਪਹਿਲਾਂ ਆਪਾਂ ਚੱਲਣਾ ਹੈ, ਉਸ ਤੋਂ ਬਾਅਦ ਆਪਾਂ ਉਹਨੂੰ ਲੌਜਿਕ ਜਿਹੜੇ ਆ ਉਹ ਕਲੀਅਰ ਕਰਨੇ ਆ। स्टूडेंट सेंटर्ड मैक्सिम एंड मोस्ट इफेक्टिव अमंग चाइल्ड लर्नर्स। कहना ਜਿਹੜਾ ਆਪਣਾ ਇਹ ਵਾਲਾ ਜਿਹੜਾ ਮੈਕਸਿਮ ਹੈ ਇਹ ਸਟੂਡੈਂਟ ਸੈਂਟਰਡ ਹੈ, ਸਟੂਡੈਂਟਸ ਦੇ ਉੱਤੇ ਇਹ ਸਟੂਡੈਂਟ ਨੂੰ ਧਿਆਨ ਵਿੱਚ ਰੱਖ ਕੇ ਜਿਹੜਾ ਇਹ ਮੈਕਸਿਮ ਜਿਹੜਾ ਆ ਬਣਾਇਆ ਗਿਆ। ਇਨਕॉर्पोरेशन ऑफ सब्जेक्ट मैटर ऑफ स्टूडेंट इंटरेस्ट साइकोलॉजिकल है, कंप्लीटिंग द लेसन विद असाइंड इवैल्यूएशन वर्क लॉजिकल है कि पहला जो सब्जेक्ट मैटर है ਉਹਨੂੰ ਚੰਗੀ ਤਰ੍ਹਾਂ ਬੱਚੇ ਦਾ ਇੰਟਰਸਟ ਦੇ ਅਕੋਰਡਿੰਗਲੀ ਉਹਨੂੰ ਸਮਝਾਇਆ, ਉਹ ਸਾਈਕੋਲॉजिकली हो गया। ਉਸ ਤੋਂ ਬਾਅਦ ਜਿਹੜੇ ਉੱਤੇ ਉਹਦੀ ਇਵੈਲੂਏਸ਼ਨ ਕਰਨੀ ਹੈ, ਜੋ ਉਹਦੀ ਆਪਾਂ ਬੈਕ ਐਕਸਰਸਾਈਜ਼ ਕੁਐਸਚਨ ਆਨਸਰਸ ਕਰਨੇ ਆ, ਉਹ ਜਿਹੜਾ ਵਰਕ ਹੈ ਉਹ ਆ ਜਾਂਦਾ ਆ ਲੌਜੀਕਲ ਦੇ ਵਿੱਚ। ਉਹਦੇ ਪਿੱਛੇ ਲੌਜਿਕਸ ਜਿਹੜੇ ਆ ਉਹ ਹੁੰਦੇ ਆ, ਉਹ ਜਿਹੜਾ ਕਨਸੈਪਟ ਹੈ ਉਹ ਬਾਅਦ ਵਿੱਚ ਆਉਂਦਾ ਹੈ। ਫਰੋਮ ਇੰਡਕਸ਼ਨ ਟੂ ਡਿਡਕਸ਼ਨ ਜਿਹੜਾ ਆਪਾਂ ਪਹਿਲਾਂ ਕੀਤਾ ਸੀ ਇੱਕ ਪਾਰਟਿਕੂਲਰ ਫਰੋਮ ਪਾਰਟਿਕੂਲਰ ਟੂ ਜਨਰਲ, ਇਹ ਕੁਝ ਉਸੇ ਤਰੀਕੇ ਦਾ ਹੀ ਹੈ ਕਿ ਮੈਂ ਨਹੀਂ ਉਹ ਨਹੀਂ ਲੈ ਕੇ ਚੱਲਦੀ, ਮੈਂ ਸਿੰਪਲ ਜਿਹੀ ਦੱਸਦੀ ਹਾਂ ਕਿ ਉਹਦੇ ਵਿੱਚ ਆਪਾਂ ਕੀ ਕੀਤਾ ਸੀ। ਮੈਂ ਇੱਕ ਚੀਜ਼ ਐਕਸਪਲੇਨ ਕੀਤੀ ਸੀ ਕਿ ਪਹਿਲਾਂ ਆਪਾਂ ਬੱਚੇ ਨੂੰ ਇੱਕ ਪਾਰਟਿਕੂਲਰ ਐਗਜ਼ਾਮਪਲ ਦੇਣੀ ਹੈ, ਫਿਰ ਉਸ ਤੋਂ ਬਾਅਦ ਆਪਾਂ ਜਿਹੜੇ ਆ ਉਹਦੇ ਲॉज ਦੇ ਉੱਤੇ ਆਣਾ ਹੈ। ਇੰਡਕਸ਼ਨ ਜਿਹੜਾ ਇੰਡਕਟਿਵ ਰੀਜ਼ਨਿੰਗ ਹੈ, ਇਹ ਵੀ ਇਹੀ ਚੀਜ਼ ਕਹਿੰਦੀ ਹੈ। ਇੰਡਕਟਿਵ ਰੀਜ਼ਨਿੰਗ ਇਜ਼ ਸਪਲਾਈਂਗ ਸਮ एविडेंस और आर्गुमेंट to conclude to the truth. Broad generalizations are made from definite observation। कि पहला बच्चे ਨੂੰ ਆਪਾਂ ਕੁਝ एविडेंस देने हैं, कुछ ਜਿਹੜੇ आर्गुमेंट्स देने हैं, ਉਹਨਾਂ ਦੇ बेस ਦੇ ਉੱਤੇ ਜਿਹੜੇ ਆਪਾਂ ਜਿਹੜੀ ਉਹਦੀ ਜਨਰਲਾਈਜੇਸ਼ਨ ਹੈ ਉਹ ਤੋਂ ਬਾਅਦ ਵਿੱਚ ਕਰਨੀ ਹੈ। ਕਹਿਣ ਦਾ ਉਹੀ ਮਤਲਬ ਹੈ ਕਿ ਪਹਿਲਾਂ ਬੱਚੇ ਨੂੰ ਆਪਾਂ ਐਗਜ਼ਾਮਪਲ ਕਲੀਅਰ ਕਰਨੀ ਹੈ, ਉਸ ਤੋਂ ਬਾਅਦ ਜਿਹੜੀ ਹੈ ਆਪਾਂ ਉਹਦੇ ਲॉज ਦੇ ਉੱਤੇ ਜਾਂ ਉਹਦੇ ਰੂਲਸ ਦੇ ਉੱਤੇ ਆਪਾਂ ਆਣਾ ਹੈ। ਜਿਹੜੀ ਡਿਡਕਟਿਵ ਰੀਜ਼ਨਿੰਗ ਹੁੰਦੀ ਹੈ ਇਹਦੇ ਵਿੱਚ ਹੁੰਦਾ ਹੈ ਡਿਡਕਟਿਵ ਰੀਜ਼ਨਿੰਗ ਇਜ਼ व्हेन एवरी पॉसिबिलिटी आर एग्जामिन्ड टू रीच टू अ वैलिड कंक्लूजन। कि पहला तो आप पूरी एक्सप्लेनेशन करेंगे, फिर आप एंड ਵਿੱਚ ਕਿਸੇ कंक्लूजन ਤੇ ਨਿਕਲ ਗਏ ਤੇ ਪਹੁੰਚਾਂਗੇ, ਉਹ ਆਪਣੀ ਹੁੰਦੀ ਹੈ ਡਿਡਕਟਿਵ ਰੀਜ਼ਨਿੰਗ। ਆਪਾਂ ਅੱਗੇ ਜਾ ਕੇ ਮੈਥਡਸ ਕਰਾਂਗੇ, ਮੈਥਡਸ ਇੰਡਕਟਿਵ ਮੈਥਡ ਔਰ ਡਿਡਕਟਿਵ ਮੈਥਡ। ਜਿਹੜਾ ਆਪਣੀ ਇੰਡਕਟਿਵ ਰੀਜ਼ਨਿੰਗ ਹੈ ਇੰਡਕਟਿਵ ਮੈਥਡ ਦੇ ਉੱਤੇ ਹੀ ਬੇਸਡ ਹੈ ਕਿ ਪਹਿਲਾਂ ਆਪਾਂ ਇੱਕ ਪੂਰੀ ਐਗਜ਼ਾਮਪਲ ਨੂੰ एक्सप्लेन करना है, फिर उस तो बाद हौली हौली ਆਪਾਂ ਉਹਦੇ लॉज ਦੇ ਉੱਤੇ ਜਾਣਾ ਹੈ, ਉਹਦੇ ਰੂਲਸ ਦੇ ਉੱਪਰ ਜਾਣਾ ਹੈ। सो दिस वाज द टुडेज टॉपिक। ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਇਹ ਟੌਪਿਕ ਜਿਹੜਾ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ ਤੇ ਕੱਲ ਨੂੰ ਆਪਾਂ ਇੱਕ ਨਵਾਂ ਟੌਪਿਕ ਲੈ ਕੇ ਤੁਹਾਡੇ ਸਾਹਮਣੇ ਆਵਾਂਗੇ। ਥੈਂਕ ਯੂ।